ਸਤਿ ਸ਼੍ਰੀ ਅਕਾਲ ਜੀ। ਮੈਂ ਵਰਦਾਨ ਮੈਡੀਕਲ ਸੈਂਟਰ ਤੋਂ ਡਾਕਟਰ ਸੁਮੀਤ। ਅੱਜ ਅਸੀਂ ਗੱਲ ਕਰਾਂਗੇ ਏਜ ਦੀ ਕਿ ਕਿਹੜੀ ਏਜ ਜਿਹੜੀ ਉਹ ਸਹੀ ਹੈ ਫॉर IVF। ਬਹੁਤ ਸਾਰੇ ਪੇਸ਼ੈਂਟ ਮੇਰੇ ਕੋਲ ਆਉਂਦੇ ਨੇ ਕਿ ਮੈਮ ਹਜੇ ਤੇ ਅਸੀਂ 26 ਸਾਲ ਦੇ ਹਾਂ, ਹਜੇ ਤੇ ਅਸੀਂ 28 ਸਾਲ ਦੇ ਹਾਂ, ਜਾਂ ਅਸੀਂ ਹਜੇ अर्ਲੀ 30s ਵਿੱਚ ਹਾਂ, ਤੇ ਤੁਸੀਂ ਸਾਨੂੰ IVF ਕਿਵੇਂ ਐਡਵਾਈਸ ਕਰ ਰਹੇ ਹੋ। ਦੇਖੋ, ਏਜ ਨੂੰ ਲੈ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ IVF ਡਿਸਾਈਡ ਕਰਨ ਲਈ ਏਜ ਨੋ ਡਾਊਟ ਇੰਪੋਰਟੈਂਟ ਹੈ, ਬਟ ਸਭ ਤੋਂ ਇੰਪੋਰਟੈਂਟ ਹੈ ਕਿ ਇਨਫਰਟੀਲਿਟੀ ਦਾ ਫੈਕਟਰ ਕੀ ਹੈ। ਅਗਰ ਤੁਹਾਡੀਆਂ ਟਿਊਬਾਂ ਬਲੌਕ ਹੈ ਔਰ ਤੁਹਾਡੀ ਏਜ 24 ਸਾਲ ਹੈ, ਤਾਂ ਮੈਂ ਤੁਹਾਨੂੰ ਇਹ ਐਡਵਾਈਸ ਨਹੀਂ ਕਰੂੰਗੀ ਕਿ ਤੁਸੀਂ 10 ਸਾਲ ਵੇਟ ਕਰੋ ਔਰ ਫਿਰ IVF ਕਰਾਓ। ਉਸ ਕੇਸ ਵਿੱਚ ਤੁਹਾਨੂੰ IVF ਲਈ ਹੀ ਜਾਣਾ ਪਏਗਾ। ਸੋ ਇਹ ਦਿਮਾਗ 'ਚ ਸਭ ਤੋਂ ਪਹਿਲਾਂ ਕੱਢਣਾ ਚਾਹੀਦਾ। ਅਸੀਂ ਕਹਿੰਦੇ ਹਾਂ ਪ੍ਰੈਗਨੈਂਸੀ ਦੇ ਲਈ ਆਈਡਲ ਏਜ ਕੀ ਹੈ। ਅਗਰ ਅਸੀਂ ਦੇਖਿਆ ਜਾਏ ਤਾਂ 24 ਤੋਂ 30 ਸਾਲ ਕਹਿੰਦੇ ਜੀ ਪ੍ਰੈਗਨੈਂਸੀ ਲਈ ਬਹੁਤ ਆਈਡਲ ਹੈ, ਬਿਕੋਜ਼ ਉਸ ਦੌਰਾਨ ਐਗਸ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ, ਤੁਹਾਡੇ ਹਾਰਮੋਨਲ ਜਿਹੜੇ ਚੇਂਜਸ ਹੁੰਦੇ ਨੇ ਉਹ ਵਧੀਆ ਹੁੰਦੇ ਨੇ। ਇੱਕ ਹਿਸਾਬ ਨਾਲ ਮੈਂਟਲੀ ਵੀ ਲੜਕੀ ਪ੍ਰਿਪੇਅਰ ਹੋ ਚੁੱਕੀ ਹੁੰਦੀ ਹੈ। ਲੈਸ ਦੈਨ 24 ਦੀ ਗੱਲ ਕਰੀਏ, ਫਾਈਨੈਂਸ਼ੀਅਲੀ ਸਟੇਬਿਲਿਟੀ ਘੱਟ ਹੁੰਦੀ ਨੇ, ਜਿਹੜੀ ਮੈਂਟਲੀ ਅਸੀਂ ਕਹੀਏ ਕਿ ਇੱਕ ਲੜਕੀ ਇੰਨੀ ਸਟੇਬਲ ਨਹੀਂ ਹੁੰਦੀ ਕਿ ਉਹ ਪ੍ਰੈਗਨੈਂਸੀ ਨੂੰ ਚੱਲ ਸਕੇ। ਐਂਡ ਆਫਟਰ 30 ਅਸੀਂ ਕਹਿੰਦੇ ਹਾਂ ਕਿ ਦ ਕੁਆਲਿਟੀ ਐਂਡ ਕੁਆਂਟਿਟੀ ਜਿਹੜੇ ਹੁੰਦੇ ਐਗਸ ਦੇ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ, ਕੰਪਲੀਕੇਸ਼ਨਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਐਂਡ ਜਦੋਂ ਤੁਸੀਂ ਇਹ ਏਜ ਨੂੰ 35 ਤੱਕ ਲੈ ਕੇ ਜਾਂਦੇ ਹੋ ਤੇ ਉਹ ਕੰਪਲੀਕੇਸ਼ਨਸ ਹੋਰ ਵੱਧ ਜਾਂਦੀ ਹੈ। ਫੋਰ ਐਗਜ਼ਾਮਪਲ, ਤੁਹਾਡੇ ਯੂਟਰਸ ਦੇ ਵਿੱਚ ਫਾਈਬਰੋਇਡ ਹੋ ਸਕਦੇ ਨੇ, ਤੁਹਾਨੂੰ ਐਂਡੋਮੈਟ੍ਰੋਸਿਸ ਦੀ ਪ੍ਰੋਬਲਮ ਆ ਸਕਦੀ ਹੈ, ਤੁਹਾਨੂੰ BP, ਤੁਹਾਨੂੰ ਸ਼ੂਗਰ, ਹੋਰ ਮੈਡੀਕਲ ਇਸ਼ੂਜ਼ ਹੋ ਸਕਦੇ ਨੇ। ਪਲੱਸ ਤੁਹਾਡੀ ਐਗਸ ਦੀ ਕੁਆਲਿਟੀ, ਜਿਵੇਂ ਅਸੀਂ ਕਿਹਾ ਕਿ ਏਜ ਤੋਂ ਬਾਅਦ ਬਹੁਤ ਘਟਣੀ ਸ਼ੁਰੂ ਹੋ ਜਾਂਦੀ ਹੈ। ਸੋ ਉਸ ਲਿਹਾਜ਼ੇ ਨਾਲ ਵੀ ਤੁਹਾਨੂੰ ਏਜ ਦਾ ਥੋੜ੍ਹਾ ਧਿਆਨ ਰੱਖਣਾ ਪਏਗਾ। ਅਗਰ ਮੈਂ ਪੇਸ਼ੈਂਟ ਦੀ ਐਗਜ਼ਾਮਪਲ ਦੇਵਾਂ, ਮੇਰੇ ਕੋਲ ਇੱਕ ਪੇਸ਼ੈਂਟ ਆਇਆ, ਬੋਲ ਰਿਹਾ ਕਿ ਜੀ ਸਾਡੀ ਵਿਆਹ ਨੂੰ ਹਜੇ ਸਿਰਫ 1 ਸਾਲ ਹੋਇਆ ਹੈ ਔਰ ਮੇਰੀ ਏਜ 40 ਹੈ ਅਤੇ ਮੈਂ IVF ਲਈ ਨਹੀਂ ਜਾਣਾ ਚਾਹੁੰਦਾ ਬਿਕੋਜ਼ ਮੇਰੀ ਏਜ ਬਿਕੋਜ਼ ਮੈਨੂੰ ਤਾਂ ਹਜੇ 1 ਸਾਲ ਹੋਇਆ ਮੈਰਿਜ ਨੂੰ। ਅਤੇ ਉਹ ਪੇਸ਼ੈਂਟ ਨੂੰ ਵੀ ਮੈਂ ਇਹ ਕਹਿਣਾ ਚਾਹੂੰਗੀ ਕਿ ਇਹਦੇ 'ਚ ਤੁਸੀਂ ਆਪਣੀ ਏਜ ਨੂੰ ਇੰਪੋਰਟੈਂਸ ਦਿਓ। ਇਹ ਨਹੀਂ ਦੇਖਣਾ ਕਿ ਮੈਨੂੰ ਹਜੇ ਸਿਰਫ 1 ਸਾਲ ਹੋਇਆ ਹੈ ਅਤੇ ਅਸੀਂ ਟਰਾਈ ਕਰ ਸਕਦੇ ਹਾਂ। 40 ਦੀ ਏਜ ਵਿੱਚ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ, ਕੁਆਲਿਟੀ ਅਤੇ ਕੁਆਂਟਿਟੀ ਆਫ ਐਗਸ ਘੱਟ ਜਾਂਦੇ ਨੇ, ਤੁਹਾਡੇ ਪ੍ਰੈਗਨੈਂਸੀ ਦੇ ਚਾਂਸ ਘੱਟਦੇ ਨੇ। ਅਗਰ ਅਸੀਂ 35 ਤੋਂ ਪਹਿਲਾਂ ਦੇਖੀਏ, ਚਾਂਸਿਸ ਆਫ ਪ੍ਰੈਗਨੈਂਸੀ ਇਨ ਸਿੰਗਲ ਸਾਈਕਲ 30 ਤੋਂ ਪਹਿਲਾਂ ਦੇਖੀਏ ਤਾਂ ਇਟਸ ਲਾਈਕ 25%, 1 in every 4 ਪੇਸ਼ੈਂਟਸ। ਸੋ ਜਦੋਂ ਤੁਸੀਂ ਉੱਪਰ ਜਾਂਦੇ ਹੋ ਉਹਦੇ ਜਿਹੜੇ ਚਾਂਸਿਸ ਹੈ ਪਰ ਮੈਂਸਟਰਲ ਸਾਈਕਲ ਉਹ ਹੋਰ ਘੱਟ ਜਾਂਦੇ ਨੇ। ਦੈਟ ਤੁਸੀਂ ਇਹ ਲੈ ਲਓ ਕਿ ਅਰਾਊਂਡ 4% ਤੱਕ ਰਹਿ ਜਾਂਦੇ ਨੇ। ਸੋ ਇਸ ਕੇਸਿਸ ਵਿੱਚ ਵੀ ਉਹਨਾਂ ਨੂੰ ਬਹੁਤ ਜਲਦੀ ਆਪਣਾ ਇੱਕ ਡਿਸੀਜਨ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਨੂੰ IVF ਦੇ ਲਈ ਜਾਣਾ ਚਾਹੀਦਾ ਹੈ ਔਰ ਉਹਨਾਂ ਦੇ ਫੈਕਟਰ ਦੇ ਅਕੋਰਡਿੰਗਲੀ। ਫੋਰ ਐਗਜ਼ਾਮਪਲ, 40 ਦੀ ਏਜ ਹੈ ਔਰ ਉਹਨਾਂ ਦੇ ਐਗਸ ਨਹੀਂ ਬਣਦੇ ਪਏ, ਸਾਨੂੰ ਇਹ ਦੇਖਣਾ ਹੈ ਕਿ ਕੀ ਅਸੀਂ ਇੰਜੈਕਸ਼ਨਸ ਦੇ ਨਾਲ ਐਗਸ ਬਣਾ ਸਕਦੇ ਹਾਂ। ਡੈਫੀਨੇਟਲੀ ਅਸੀਂ IVF ਉਹਦੇ ਆਪਣੇ ਐਗਸ ਨਾਲ ਕਰਾਂਗੇ। ਕੀ ਉਹਦੇ ਐਗਸ ਨਹੀਂ ਬਣਦੇ ਪਏ, ਉਸ ਪ੍ਰੋਸੈਸ ਦੇ ਵਿੱਚ ਸਾਨੂੰ ਡੋਨਰ ਐਗ ਦੀ ਲੋੜ ਪੈ ਸਕਦੀ ਹੈ। ਸੇਮ ਮੇਲ ਵੀ ਜਿਹੜੇ ਹੈ ਵਿਦ ਏਜ, ਉਹਨਾਂ ਦੇ ਵੀ ਸਪਰਮ ਦੇ ਕਾਊਂਟ ਅਤੇ ਕੁਆਲਿਟੀ ਦੇ ਉੱਤੇ ਫਰਕ ਪੈਂਦਾ ਹੈ, DNA ਫਰੈਗਮੈਂਟੇਸ਼ਨ 'ਤੇ ਫਰਕ ਪੈਂਦਾ ਹੈ, ਪ੍ਰੈਗਨੈਂਸੀ ਰੇਟਸ 'ਤੇ ਫਰਕ ਪੈਂਦਾ ਹੈ। ਸੋ ਏਜ ਨੂੰ ਪੂਰਾ ਇੰਪੋਰਟੈਂਸ ਨਾ ਦਿੰਦੇ ਹੋਏ ਤੁਸੀਂ ਜਿਹੜੇ ਫੈਕਟਰਸ ਨੇ ਰਿਲੇਟਿਡ, ਤੁਹਾਡੀ ਜਿਹੜੀ ਮੈਰਿਡ ਹਿਸਟਰੀ ਹੈ ਉਹ ਬਹੁਤ ਇੰਪੋਰਟੈਂਟ ਹੈ। ਸੋ ਰਾਈਟ ਏਜ ਅਗਰ ਕਹੀਏ ਕਿ IVF ਦੇ ਵਿੱਚ ਅੱਜ ਕੱਲ੍ਹ ਵਿਦ ਐਡਵਾਂਸਮੈਂਟ ਇਨ ਦ ਫਰਟੀਲਿਟੀ ਸਰਵਿਸਿਜ਼, ਅੱਜ ਕੱਲ੍ਹ ਉਹ ਕਪਲ ਵੀ ਬੱਚਾ ਪੈਦਾ ਕਰ ਸਕਦੇ ਨੇ ਜਿਨ੍ਹਾਂ ਨੂੰ ਮੀਨੋਪੌਜ਼ ਹੋ ਗਿਆ ਹੈ। ਬਹੁਤ ਸਾਰੇ ਲੋਕ ਆਉਂਦੇ ਨੇ ਇਨ 50s ਜਿਨ੍ਹਾਂ ਦੀ ਕੋਈ ਟ੍ਰੈਜਡੀ ਦੇ ਨਾਲ ਉਹਨਾਂ ਦੇ ਬੱਚੇ ਦੀ ਡੈਥ ਹੋ ਜਾਂਦੀ ਹੈ। ਅੱਜ ਕੱਲ੍ਹ ਬਿਕੋਜ਼ ਆਫ ਆਲ ਦ ਐਡਵਾਂਸਮੈਂਟ ਅਸੀਂ ਉਹ ਕਪਲ ਨੂੰ ਵੀ ਬੱਚਾ ਦੇ ਸਕਦੇ ਹਾਂ। IVF ਦੇ ਵਿੱਚ ਅਸੀਂ ਏਜ ਨੂੰ ਇੱਕ ਹੱਦ ਤੱਕ ਇੰਪੋਰਟੈਂਸ ਦੇ ਸਕਦੇ ਹਾਂ ਕਿ ਬਹੁਤ ਜ਼ਿਆਦਾ ਐਕਸਟ੍ਰੀਮ ਏਜ ਵਿੱਚ ਅਗਰ ਮੇਰੇ ਕੋਲ ਕੋਈ ਪੇਸ਼ੈਂਟ ਆਏਗਾ, ਫੋਰ ਐਗਜ਼ਾਮਪਲ 60-70, ਤੇ ਅਸੀਂ ਉਹਨੂੰ ਮਨਾ ਕਰਦੇ ਹਾਂ ਕਿ ਤੁਸੀਂ ਨਾ ਜਾਓ ਬਿਕੋਜ਼ ਕੰਪਲੀਕੇਸ਼ਨ ਰਿਲੇਟਿਡ ਟੂ ਪ੍ਰੈਗਨੈਂਸੀ ਜ਼ਿਆਦਾ ਹੋ ਜਾਂਦੀਆਂ ਨੇ। ਬਟ ਅਦਰਵਾਈਜ਼ ਜੋ ਪਹਿਲੋਂ ਪ੍ਰੋਬਲਮਸ ਹੁੰਦੀਆਂ ਸੀ ਕਿ ਕਿਸੇ ਨੂੰ ਮੀਨੋਪੌਜ਼ ਆ ਗਿਆ, ਉਹਨੂੰ ਹੁਣ ਪ੍ਰੈਗਨੈਂਸੀ ਨਹੀਂ ਹੋ ਸਕਦੀ, ਉਹ ਜਿਹੜੀਆਂ ਪ੍ਰੋਬਲਮਸ ਨੂੰ ਹੁਣ ਅਸੀਂ ਟੈਕਲ ਕਰ ਸਕਦੇ ਹਾਂ। ਅਸੀਂ ਉਹ ਕਪਲ ਨੂੰ ਵੀ ਪ੍ਰੈਗਨੈਂਸੀ ਦਿਲਾ ਸਕਦੇ ਹਾਂ ਵਿਦ ਦਾ ਹੈਲਪ ਆਫ IVF, ਵਿਦ ਦਾ ਹੈਲਪ ਆਫ ICSI, ਔਰ ਇਹ ਬਹੁਤ ਸੇਫ ਹੈ। ਸੋ ਕੋਈ ਵੀ ਕਪਲ ਜਿਹੜਾ ਕਿ ਬੱਚੇ ਲਈ ਟਰਾਈ ਕਰ ਰਿਹਾ ਹੈ ਬਿਕੋਜ਼ ਆਫ ਐਨੀ ਰੀਜ਼ਨ, ਲੇਟ ਮੈਰਿਜਸ ਹੋ ਜਾਏ ਜਾਂ ਕਿਸੇ ਦੇ ਬੱਚੇ ਦੀ ਡੈਥ ਹੋ ਗਈ ਹੋਵੇ ਜਾਂ ਡਿਲੇ ਹੋਇਆ ਹੋਏ ਪ੍ਰੈਗਨੈਂਸੀ ਦੇ ਲਈ, ਉਹ ਪ੍ਰੈਗਨੈਂਸੀ ਦੇ ਲਈ ਟਰਾਈ ਕਰ ਸਕਦਾ ਹੈ। ਤੁਸੀਂ ਆਪਣੇ ਗਾਇਨੋਕੋਲੋਜਿਸਟ ਨੂੰ ਮਿਲੋ, ਅਤੇ ਅਗਰ ਤੁਸੀਂ ਮੈਡੀਕਲ ਫਿੱਟ ਹੋ ਅਤੇ ਏਜ ਅੱਜ ਕੱਲ੍ਹ ਕੋਈ ਬੈਰੀਅਰ ਨਹੀਂ ਰਹਿ ਗਈ। ਬਹੁਤ ਐਕਸਟ੍ਰੀਮ ਏਜ, ਯੈਸ ਮੈਂ ਕਹੂੰਗੀ ਤੁਸੀਂ ਨਾ ਜਾਓ, ਬਟ ਇੱਕ ਹੱਦ ਤੱਕ 50, अर्ਲੀ 50s ਤੱਕ ਅੱਜ ਕੱਲ੍ਹ ਬਹੁਤ ਕਾਮਨਲੀ ਪ੍ਰੈਗਨੈਂਸੀਜ਼ ਦੇਖੀਆਂ ਗਈਆਂ ਹੈ। ਅਤੇ ਉਹ ਸਾਰੇ ਕਪਲ ਲਈ ਇੱਕ ਉਮੀਦ ਦੀ ਕਿਰਨ ਹੈ ਜਿਹੜੇ ਕਿ ਪਹਿਲਾਂ ਸਿਰਫ ਇਹ ਸੋਚ ਕੇ ਬੈਠੇ ਸੀ ਕਿ ਸਾਨੂੰ ਪੀਰੀਅਡਸ ਨਹੀਂ ਆ ਰਹੇ ਜਾਂ ਸਾਡੀ ਏਜ ਜ਼ਿਆਦਾ ਹੋ ਗਈ ਹੈ। ਕਿਸੇ ਵੀ ਤਰ੍ਹਾਂ ਦੇ ਹੋਰ ਕੋਈ ਵੀ ਡਾਊਟ ਨੂੰ ਅਗਰ ਤੁਸੀਂ ਕਲੀਅਰ ਕਰਨਾ ਹੈ, ਤੁਸੀਂ ਆਪਣੇ ਗਾਇਨਿਕ ਕੋਲ ਜਾਓ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸੋ ਦੈਟ ਜੋ ਵੀ ਤੁਹਾਡੇ ਏਜ ਦੇ ਰਿਲੇਟਿਡ, ਜਿਹੜੀ ਫਰਟੀਲਿਟੀ ਸਰਵਿਸਿਜ਼ ਦੇ ਰਿਲੇਟਿਡ ਤੁਹਾਡੀ ਕੋਈ ਕੁਐਰੀਜ਼ ਹੈ ਉਹਨੂੰ ਅਸੀਂ ਹੱਲ ਕਰ ਪਾਈਏ। ਥੈਂਕ ਯੂ।